everyone! ਅੱਜ ਅਸੀਂ 10ਵੀਂ ਜਮਾਤ ਦੀ ਲਿਟਰੇਚਰ ਬੁੱਕ ਦੀ 5ਵੀਂ ਸਟੋਰੀ How much land does a man need ਪੜਾਂਗੇ, ਜੋ ਕਿ ਲਿਓ ਟੋਲਸਟॉय ਦੁਆਰਾ ਲਿਖੀ ਗਈ ਹੈ। आओ शुरू करते हैं। How much land does a man need illustrates the emptiness that lies beneath the growing material ambition of man. A story ਮਨੁੱਖ ਦੀ ਪਦਾਰਥਕ ਲਾਲਸਾਵਾਂ ਕਾਰਨ ਉਸ ਦੇ ਜੀਵਨ ਵਿੱਚ ਆਏ ਖਾਲੀਪਨ ਨੂੰ ਦਰਸਾਉਂਦੀ ਹੈ। The ironical and inevitable fate that awaits material pursuit is underscored with the concluding line, 6 feet from his head to his heels was all he needed. The A story, ਇੱਕ ਲਾਈਨ ਉਸ ਦੇ ਸਿਰ ਤੋਂ ਲੈ ਕੇ ਉਸ ਦੇ ਪੈਰਾਂ ਤੱਕ 6 ਫੁੱਟ ਦੀ ਥਾਂ ਹੀ ਉਸ ਨੂੰ ਚਾਹੀਦੀ ਹੈ ਤੇ ਵਿਅੰਗ ਕੱਸਦੀ ਹੈ। ਆਓ ਹੁਣ ਦੇਖਦੇ ਹਾਂ ਇਸ ਸਟੋਰੀ ਨੂੰ, ਕੀ ਹੁੰਦਾ ਹੈ ਇਸ ਵਿੱਚ। An elder sister came to visit her younger sister in the country. ਇੱਕ ਵੱਡੀ ਭੈਣ ਆਪਣੀ ਛੋਟੀ ਭੈਣ ਨੂੰ ਮਿਲਣ ਆਉਂਦੀ ਹੈ। The elder was married to a tradesman in town and younger to a peasant in the village. ਜਿਹੜੀ ਵੱਡੀ ਭੈਣ ਹੁੰਦੀ ਹੈ ਉਹ ਤਾਂ ਸ਼ਹਿਰ ਦੇ ਇੱਕ ਵਪਾਰੀ ਨਾਲ ਵਿਆਹੀ ਹੋਈ ਹੁੰਦੀ ਹੈ ਤੇ ਜਿਹੜੀ ਛੋਟੀ ਭੈਣ ਹੁੰਦੀ ਹੈ ਉਹ ਪਿੰਡ ਦੇ ਇੱਕ ਕਿਸਾਨ ਨਾਲ। As the sisters sat over their tea talking, ਜਿਵੇਂ ਹੀ ਉਹ ਦੋਵੇਂ ਭੈਣਾਂ ਚਾਹ ਪੀਂਦੀਆਂ ਹੋਈਆਂ ਗੱਲਾਂ ਕਰਨ ਲੱਗਦੀਆਂ ਹਨ ਤਾਂ the elder began to boast of the advantages of the town life. ਜਿਹੜੀ ਵੱਡੀ ਭੈਣ ਹੁੰਦੀ ਹੈ ਉਹ ਸ਼ਹਿਰ ਦੀ ਜ਼ਿੰਦਗੀ ਦੇ ਫਾਇਦਿਆਂ ਬਾਰੇ ਸ਼ੇਖੀ ਮਾਰਨੀ ਸ਼ੁਰੂ ਕਰ ਦਿੰਦੀ ਹੈ, saying how comfortably they lived there, how well they dressed, what fine clothes her children wore, and what good things they ate and drank. ਉਹ ਕਹਿੰਦੀ ਹੈ ਕਿ ਅਸੀਂ ਉੱਥੇ ਕਿੰਨੇ ਆਰਾਮ ਨਾਲ ਰਹਿੰਦੇ ਹਾਂ, ਉਹਨਾਂ ਨੇ ਕਿੰਨੇ ਵਧੀਆ ਕੱਪੜੇ ਪਾਏ ਹੋਏ ਹਨ, ਉਹਨਾਂ ਦੇ ਬੱਚੇ ਵੀ ਕਿੰਨੇ ਵਧੀਆ ਕੱਪੜੇ ਪਹਿਨਦੇ ਹਨ ਅਤੇ ਉਹਨਾਂ ਨੇ ਕਿੰਨੀਆਂ ਚੰਗੀਆਂ ਚੀਜ਼ਾਂ ਉਹ ਖਾਂਦੇ ਹਨ ਅਤੇ ਪੀਂਦੇ ਹਨ। The younger sister was picked. I would not change my way of life for yours. मैं अपना जीवन ढंग ਤੁਹਾਡੇ ਲਈ ਨਹੀਂ ਬਦਲਾਂਗੀ, ਉਸਨੇ ਕਿਹਾ। She said, we may live roughly, but at least we are free from anxiety. ਅਸੀਂ ਉਨੀ ਚੰਗੀ ਤਰ੍ਹਾਂ ਨਹੀਂ ਜੀਂਦੇ ਪਰ ਅਸੀਂ ਚਿੰਤਾ ਤੋਂ ਤਾਂ ਮੁਕਤ ਹਾਂ। You live in better style than we do. ਤੁਸੀਂ ਸਾਡੇ ਨਾਲੋਂ ਵਧੀਆ ਅੰਦਾਜ਼ ਵਿੱਚ ਰਹਿੰਦੇ ਹੋ, but though you often earn more than you need. ਤੁਸੀਂ ਜ਼ਰੂਰਤ ਤੋਂ ਵੀ ਜ਼ਿਆਦਾ ਕਮਾਉਂਦੇ ਹੋ। You are very likely to lose all you have. ਤੁਹਾਡੇ ਕੋਲ ਸਭ ਕੁਝ ਗਵਾਉਣ ਦੀ ਸੰਭਾਵਨਾ ਵੀ ਹੈ।
You know the proverb, loss and gain are brothers twain. एक पुरानी कहावत है, शायद ਤੁਸੀਂ ਜਾਣਦੇ ਹੀ ਹੋਵੋਗੇ कि हानि ਅਤੇ ਲਾਭ ਦੋਵੇਂ ਭਰਾ ਹਨ. It often happens that people who are wealthy one day are begging their bread the next. ਇਹ ਅਕਸਰ ਹੁੰਦਾ ਹੈ ਕਿ ਜਿਹੜੇ ਲੋਕ ਇੱਕ ਦਿਨ ਅਮੀਰ ਹੁੰਦੇ ਹਨ ਉਹ ਕਿਸੇ ਨਾ ਕਿਸੇ ਸਮੇਂ ਵਿੱਚ ਆ ਕੇ ਖਾਣ ਲਈ ਵੀ ਭਟਕਦੇ ਹਨ. ਮਤਲਬ ਉਹਨਾਂ ਨੂੰ ਖਾਣਾ ਵੀ ਨਹੀਂ ਮਿਲ ਪਾਉਂਦਾ, ਅਜਿਹੀ ਹਾਲਤ ਹੋ ਜਾਂਦੀ ਹੈ ਉਹਨਾਂ ਦੀ. Our way is safer, ਪਰ ਸਾਡਾ ਰਸਤਾ ਤਾਂ ਸੁਰੱਖਿਅਤ ਹੈ. Though a peasant's life is not a fat one, it is a long one. ਇੱਕ ਕਿਸਾਨ ਦੀ ਜਿਹੜੀ ਲਾਈਫ ਹੈ ਉਹ ਇੰਨੀ ਵਧੀਆ ਨਹੀਂ ਹੁੰਦੀ, ਪਰ ਇਹ ਲੰਬੀ ਜ਼ਰੂਰ ਹੁੰਦੀ ਹੈ. We shall never grow rich, but we shall always have enough to eat. ਅਸੀਂ ਕਦੀ ਅਮੀਰ ਨਹੀਂ ਹੋ ਪਾਵਾਂਗੇ, ਪਰ ਸਾਡੇ ਕੋਲ ਖਾਣ ਲਈ ਹਮੇਸ਼ਾ ਕਾਫੀ ਹੋਵੇਗਾ. Pacom, the master of the house, was listening to the woman's chatter. Pacom, ਜਿਹੜਾ ਕਿ ਉਸ ਮਕਾਨ ਦਾ ਮਾਲਿਕ ਸੀ, ਉਹਨਾਂ ਦੀਆਂ ਗੱਲਾਂ ਸੁਣ ਰਿਹਾ ਸੀ. It is perfectly true, thought he. ਇਹ ਬਿਲਕੁਲ ਸਹੀ ਹੈ, ਉਸਨੇ ਸੋਚਿਆ. Busy as we are from childhood tilling Mother Earth, we peasants have no time to let any nonsense settle in our mind. ਅਸੀਂ ਕਿਸਾਨ ਜੋ ਕਿ ਬਚਪਨ ਤੋਂ ਹੀ ਖੇਤੀ ਕਰਦੇ ਆ ਰਹੇ ਹਾਂ, ਸਾਨੂੰ ਹੋਰ ਕੁਝ ਸੋਚਣ ਦਾ ਟਾਈਮ ਹੀ ਨਹੀਂ ਮਿਲਦਾ. ਮਤਲਬ ਅਸੀਂ ਖੇਤੀ ਬਾਰੇ ਹੀ ਸੋਚਦੇ ਰਹਿੰਦੇ ਹਾਂ. Our only trouble is that we have not land enough. ਸਾਡੀ ਬਸ ਇੱਕ ਹੀ ਮੁਸ਼ਕਿਲ ਹੈ ਕਿ ਸਾਡੇ ਕੋਲ ਜ਼ਿਆਦਾ ਜ਼ਮੀਨ ਨਹੀਂ ਹੈ. If I had plenty of land, I shouldn't fear the devil himself. ਜੇਕਰ ਮੇਰੇ ਕੋਲ ਬਹੁਤ ਸਾਰੀ ਜ਼ਮੀਨ ਹੁੰਦੀ ਤਾਂ ਮੈਂ ਸ਼ੈਤਾਨ ਨੂੰ ਵੀ ਡਰਾਉਣ ਤੋਂ ਨਹੀਂ ਡਰਦਾ. The women finished their tea, chatted a while about dress, and then cleared away the tea things and lay down to sleep. ਉਹਨਾਂ ਨੇ ਆਪਣੀ ਚਾਹ ਖਤਮ ਕੀਤੀ ਤੇ ਕੁਝ ਦੇਰ ਕੱਪੜਿਆਂ ਬਾਰੇ ਗੱਲ ਕੀਤੀ ਤੇ ਫਿਰ ਉਹਨਾਂ ਸਾਰੀਆਂ ਚੀਜ਼ਾਂ ਨੂੰ ਸਾਫ਼ ਕਰਕੇ ਸੌਣ ਲਈ ਲੇਟ ਗਈਆਂ. But the devil had been sitting behind the store and had heard all that was said. ਪਰ ਜਿਹੜਾ ਸ਼ੈਤਾਨ ਸੀ ਉਹ ਉਸ ਸਟੋਰ ਦੇ ਪਿੱਛੇ ਬੈਠਾ ਸੀ ਤੇ ਜਿਹੜੀਆਂ ਗੱਲਾਂ ਬਾਤਾਂ ਉਹਨਾਂ ਭੈਣਾਂ ਨੇ ਕੀਤੀਆਂ ਤੇ ਜਿਹੜੀ ਪਖੋਮ ਨੇ ਸੋਚੀਆਂ ਤੇ ਕਹੀਆਂ ਉਹ ਸਾਰੀ ਸੁਣ ਰਿਹਾ ਸੀ. He was pleased that the peasant's wife had led her husband into boasting, and that he had said that if he had plenty of land, he would not fear the devil himself. ਉਹ ਖੁਸ਼ ਸੀ ਕਿ ਕਿਸਾਨ ਦੀ ਜਿਹੜੀ ਵਾਈਫ ਹੈ ਉਸਨੇ ਆਪਣੇ ਪਤੀ ਨੂੰ ਸ਼ੇਖੀ ਮਾਰਨ ਲਈ ਪ੍ਰੇਰਿਤ ਕੀਤਾ ਸੀ ਅਤੇ ਉਸਨੇ ਕਿਹਾ ਸੀ ਕਿ ਜੇ ਉਸ ਕੋਲ ਕਾਫੀ ਜ਼ਮੀਨ ਹੁੰਦੀ ਤਾਂ ਉਹ ਖੁਦ ਸ਼ੈਤਾਨ ਤੋਂ ਵੀ ਨਹੀਂ ਡਰਦਾ. All right, thought the devil. ठीक है, शैतान ने सोचा. We will have a tussle. ਹੁਣ ਸਾਡਾ ਝਗੜਾ ਹੋਵੇਗਾ.
I'll give you land enough, and by means of that land, I will get you into my power. मैं ਤੁਹਾਨੂੰ ਕਾਫੀ ਜ਼ਮੀਨ ਦਿਆਂਗਾ ਅਤੇ ਉਸ ਜ਼ਮੀਨ ਦੇ ਰਾਹੀਂ ਮੈਂ ਤੁਹਾਨੂੰ ਆਪਣੇ ਕਾਬੂ ਵਿੱਚ ਕਰ ਲਵਾਂਗਾ। Close to the village, there lived a lady, a small landowner, who had an estate of about 300 acres. ਪਿੰਡ ਦੇ ਨੇੜੇ ਇੱਕ ਔਰਤ ਰਹਿੰਦੀ ਸੀ, ਇੱਕ ਛੋਟੀ ਜਿਹੀ ਜ਼ਿਮੀਂਦਾਰ ਜਿਸ ਦੀ ਤਕਰੀਬਨ 300 ਏਕੜ ਜ਼ਮੀਨ ਸੀ। In the winter, the news got about that the lady was going to sell her land. सर्दियों ਵਿੱਚ ਖਬਰ ਮਿਲੀ ਕਿ ਔਰਤ ਆਪਣੀ ਜ਼ਮੀਨ ਵੇਚਣ ਜਾ ਰਹੀ ਹੈ। Pacom heard that a neighbor of his was buying 50 acres and that the lady had consented to accept one half in cash and to wait a year for the other half. Pacom ने सुनिया कि उसका एक गुआंढी 50 ਏਕੜ ਜ਼ਮੀਨ ਖਰੀਦ ਰਿਹਾ ਹੈ ਅਤੇ ਔਰਤ ਨੇ ਅੱਧੇ ਪੈਸੇ ਤਾਂ ਨਗਦ ਲੈ ਲਏ ਅਤੇ ਬਾਕੀ ਅੱਧ ਲਈ 1 ਸਾਲ ਉਡੀਕ ਕਰਨ ਲਈ ਸਹਿਮਤੀ ਦਿੱਤੀ ਹੈ। Pacom felt envious. ਤੇ Pacom ਨੂੰ ਈਰਖਾ ਮਹਿਸੂਸ ਹੋਈ। Look at that, thought he. The land is all being sold, and I shall get none of it. ਉਸਨੂੰ ਦੇਖੋ, ਉਸਨੇ ਸੋਚਿਆ, ਸਾਰੀ ਜ਼ਮੀਨ ਵੇਚੀ ਜਾ ਰਹੀ ਹੈ ਅਤੇ ਮੈਨੂੰ ਇਸ ਵਿੱਚੋਂ ਕੁਝ ਵੀ ਨਹੀਂ ਮਿਲੇਗਾ। So he spoke to his wife. ਤਾਂ ਉਸਨੇ ਆਪਣੀ ਪਤਨੀ ਨਾਲ ਗੱਲ ਕੀਤੀ। Other people are buying, said he, and we must also buy 20 acres also. Life is becoming impossible. ਹੋਰ ਲੋਕ ਖਰੀਦ ਰਹੇ ਹਨ, ਉਸਨੇ ਕਿਹਾ, ਅਤੇ ਸਾਨੂੰ 20 ਏਕੜ ਜਾਂ ਇਸ ਤੋਂ ਵੱਧ ਜ਼ਮੀਨ ਖਰੀਦਣੀ ਹੀ ਚਾਹੀਦੀ ਹੈ ਕਿਉਂਕਿ ਸਾਡੀ ਜਿਹੜੀ ਜ਼ਿੰਦਗੀ ਹੈ ਉਹ ਅਸੰਭਵ ਹੁੰਦੀ ਜਾ ਰਹੀ ਹੈ। Their heads together and considered how they could manage to buy it. ਫਿਰ ਉਹਨਾਂ ਨੇ ਇਕੱਠੇ ਹੋ ਕੇ ਸੋਚਿਆ ਕਿ ਉਹ ਇਸ ਨੂੰ ਕਿਵੇਂ ਖਰੀਦਣਗੇ। They had 100 rubles led by. ਉਹਨਾਂ ਕੋਲ 100 ਰੂਬਲ ਰੱਖੇ ਹੋਏ ਸਨ। They sold a colt and one half of their bees, hired out one of their sons as a laborer and took his wages in advance, borrowed the rest from a brother-in-law, and so scraped together half the purchase money. ਉਹਨਾਂ ਨੇ ਇੱਕ ਗਧੇ ਦਾ ਬੱਚਾ ਅਤੇ ਆਪਣੀਆਂ ਅੱਧੀਆਂ ਮਧੂਮੱਖੀਆਂ ਵੇਚ ਕੇ ਆਪਣੇ ਇੱਕ ਪੁੱਤਰ ਨੂੰ ਮਜ਼ਦੂਰ ਵਜੋਂ ਕੰਮ ਤੇ ਰੱਖ ਦਿੱਤਾ ਅਤੇ ਉਸ ਦੀ ਮਜ਼ਦੂਰੀ ਪਹਿਲਾਂ ਹੀ ਲੈ ਲਈ। ਬਾਕੀ ਦਾ ਇੱਕ ਜੀਜਾ ਤੋਂ ਉਧਾਰ ਲੈ ਲਿਆ ਅਤੇ ਇਸ ਤਰ੍ਹਾਂ ਉਹਨਾਂ ਕੋਲ ਜ਼ਮੀਨ ਖਰੀਦਣ ਦੇ ਅੱਧੇ ਪੈਸੇ ਇਕੱਠੇ ਹੋ ਗਏ। Having done this, Pacom chose out a farm of 40 acres, some of it wooded, and went to the lady to bargain for it. ਕਰਨ ਤੋਂ ਬਾਅਦ Pacom ਨੇ 40 ਏਕੜ ਦਾ ਇੱਕ ਖੇਤ ਚੁਣਿਆ। ਦੇਖੋ ਪਹਿਲਾਂ ਤਾਂ ਉਹ 20 ਏਕੜ ਹੀ ਖਰੀਦਣਾ ਚਾਹੁੰਦਾ ਸੀ ਪਰ ਹੁਣ ਉਸਦੇ ਮਨ ਵਿੱਚ ਲਾਲਚ ਆ ਗਿਆ ਤੇ ਉਸਨੇ 40 ਏਕੜ ਦਾ ਖੇਤ ਜਿਹੜਾ ਹੈ ਉਹ ਚੂਜ਼ ਕੀਤਾ ਜਿਸ ਵਿੱਚੋਂ ਕੁਝ ਤਾਂ ਲੱਕੜ ਵਾਲਾ ਸੀ ਅਤੇ ਇਸ ਦਾ ਸੌਦਾ ਕਰਨ ਲਈ ਉਹ ਔਰਤ ਕੋਲ ਗਿਆ।
They came to an agreement and he shook hands with her upon it and paid her a deposit in advance. ਉਹ ਇੱਕ ਸਮਝੌਤੇ ਤੇ ਆਏ, ਅਗਰੀਮੈਂਟ ਤੇ ਆਏ ਅਤੇ ਉਹਨਾਂ ਨੇ ਇਸ ਉੱਤੇ ਹੱਥ ਮਿਲਾਏ ਤੇ ਪਖੋਮ ਨੇ ਉਸ ਨੂੰ ਪਹਿਲਾਂ ਹੀ ਪੈਸੇ ਦੇ ਦਿੱਤੇ. Then they went to town and signed the deeds, he paying half the price down and undertaking to pay the remainder within 2 years. ਫਿਰ ਉਹ ਸ਼ਹਿਰ ਚਲੇ ਗਏ ਅਤੇ ਸਾਈਨ ਕੀਤੇ. ਉਸਨੇ ਅੱਧੀ ਰਕਮ ਅਦਾ ਕੀਤੀ ਅਤੇ ਬਾਕੀ 2 ਸਾਲਾਂ ਦੇ ਅੰਦਰ ਅੰਦਰ ਦੇਣ ਦਾ ਵਾਅਦਾ ਕੀਤਾ. So now Pachom had land of his own. ਤਾਂ ਹੁਣ Pachom ਕੋਲ ਆਪਣੀ ਜ਼ਮੀਨ ਸੀ. He borrowed seeds. ਉਸਨੇ ਬੀਜ ਉਧਾਰ ਲਏ and sowed them on the land he had bought. ਤੇ ਉਸ ਦੀ ਖਰੀਦੀ ਹੋਈ ਜ਼ਮੀਨ ਉੱਤੇ ਉਹਨਾਂ ਨੂੰ ਬੀਜ ਦਿੱਤਾ. The harvest was a good one, and within a year he had managed to pay off his debts both to the lady and to his brother-in-law. ਜਿਹੜੀ ਫਸਲ ਸੀ ਉਹ ਚੰਗੀ ਸੀ ਤਾਂ 1 ਸਾਲ ਦੇ ਅੰਦਰ ਅੰਦਰ ਉਸਨੇ ਜਿਹੜੇ ਕਰਜ਼ ਚੁੱਕੇ ਸੀ ਆਪਣੇ ਬ੍ਰਦਰ ਇਨ ਲੋ ਤੋਂ ਅਤੇ ਉਸ ਲੇਡੀ ਤੋਂ ਉਹ ਦੋਵੇਂ ਚੁਕਾ ਦਿੱਤੇ. So he became a landowner, plowing and sowing his own land, making hay on his own land, cutting his own trees, and feeding his cattle on his own pasture. ਤਾਂ ਹੁਣ ਉਹ ਜ਼ਿਮੀਂਦਾਰ ਬਣ ਚੁੱਕਿਆ ਸੀ. ਉਹ ਆਪਣੀ ਜ਼ਮੀਨ ਤੇ ਹਲ ਵਾਉਂਦਾ ਅਤੇ ਬੀਜਦਾ. ਆਪਣੀ ਹੀ ਜ਼ਮੀਨ ਤੇ ਹੈ ਬਣਾਉਂਦਾ, ਆਪਣੇ ਰੁੱਖਾਂ ਨੂੰ ਕੱਟਦਾ ਅਤੇ ਆਪਣੇ ਪਸ਼ੂਆਂ ਨੂੰ ਆਪਣੇ ਖੇਤ ਦੇ ਚਾਰੇ ਤੇ ਚਾਰਦਾ ਸੀ. One day Pachom was sitting at home when a peasant passing through the village happened to call in. He was allowed to stay the night and supper was given to him. ਇੱਕ ਦਿਨ Pachom ਘਰ ਬੈਠਾ ਸੀ. ਜਦੋਂ ਇੱਕ ਕਿਸਾਨ ਪਿੰਡ ਵਿੱਚੋਂ ਲੰਘ ਰਿਹਾ ਸੀ ਉਸ ਨੂੰ ਬੁਲਾਇਆ ਗਿਆ. ਉਸ ਨੂੰ ਰਾਤ ਰਹਿਣ ਦੀ ਇਜਾਜ਼ਤ ਦਿੱਤੀ ਗਈ ਅਤੇ ਰਾਤ ਦਾ ਭੋਜਨ ਵੀ ਉਸ ਨੂੰ ਦਿੱਤਾ ਗਿਆ. Pachom had a talk with this peasant and asked him where he came from. Pachom ਨੇ ਉਸ ਨਾਲ ਗੱਲਬਾਤ ਕੀਤੀ ਤੇ ਉਸ ਨੂੰ ਪੁੱਛਿਆ ਕਿ ਉਹ ਕਿੱਥੋਂ ਆਇਆ ਹੈ. The stranger answered that he came from beyond the Volga and where he had been working. ਤੇ ਫਿਰ ਉਸ ਅਜਨਬੀ ਨੇ ਉੱਤਰ ਦਿੱਤਾ ਕਿ ਉਹ ਵੋਲਗਾ ਤੋਂ ਵੀ ਦੂਰ ਤੋਂ ਆਇਆ ਹੈ ਜਿੱਥੇ ਉਹ ਕੰਮ ਕਰਦਾ ਸੀ. One word led to another and the man went on to say that many people were settling in those parts. ਤੇ ਗੱਲ ਵੱਧਦੀ ਗਈ ਤੇ ਉਸ ਆਦਮੀ ਨੇ ਕਿਹਾ ਕਿ ਬਹੁਤ ਸਾਰੇ ਲੋਕ ਉਹਨਾਂ ਹਿੱਸਿਆਂ ਵਿੱਚ ਵਸ ਰਹੇ ਸਨ. The land was so good, he said, that the rye sown on it grew as high as a horse. ਉੱਥੇ ਦੀ ਜਿਹੜੀ ਜ਼ਮੀਨ ਹੈ ਉਹ ਇੰਨੀ ਚੰਗੀ ਸੀ ਕਿ
ਇਸ ਉੱਤੇ ਬਿਜੀ ਗਈ ਰਾਈ ਘੋੜੇ ਜਿੰਨੀ ਉੱਚੀ ਹੋ ਜਾਂਦੀ ਹੈ, and so thick that 5 cuts of a sickle made a sheaf। ਤੇ ਇੰਨੀ ਮੋਟੀ ਹੋ ਜਾਂਦੀ ਹੈ ਕਿ ਜੇਕਰ ਉਸ ਰਾਈ ਦੇ ਅਸੀਂ 5 ਕੱਟ ਲਗਾਈਏ ਤਾਂ ਇੱਕ ਬਹੁਤ ਵੱਡਾ ਬੰਡਲ ਬਣ ਜਾਂਦਾ ਹੈ। ਸਿਰਫ 5 ਕੱਟਸ ਚ ਹੀ। One peasant, he said, had brought nothing with him but his bare hands, and now he had 6 horses and 2 cows of his own। ਇੱਕ ਕਿਸਾਨ ਇੱਥੇ ਕੁਝ ਵੀ ਲੈ ਕੇ ਨਹੀਂ ਆਇਆ ਸੀ, ਪਰ ਹੁਣ ਉਸ ਕੋਲ ਆਪਣੇ ਖੁਦ ਦੇ 6 ਘੋੜੇ ਅਤੇ 2 ਗਾਵਾਂ ਹਨ। Pachom's heart kindled with desire। Pachom ਦਾ ਜਿਹੜਾ ਦਿਲ ਹੈ ਉਹ ਇੱਛਾ ਨਾਲ ਭੜਕ ਉੱਠਿਆ। He thought, why should I suffer in this narrow hole if one can live so well elsewhere। उसने सोचा कि मैं इस ਤੰਗ ਜਗ੍ਹਾ ਵਿੱਚ ਕਿਉਂ ਦੁੱਖ ਝੇਲਾਂ ਜੇ ਕੋਈ ਹੋਰ ਕਿਤੇ ਇੰਨਾ ਵਧੀਆ ਰਹਿ ਸਕਦਾ ਹੈ ਤਾਂ। I will sell my land and my homestead here, and with the money I will start afresh over there and get everything new। ਮੈਂ ਆਪਣੀ ਜ਼ਮੀਨ ਅਤੇ ਆਪਣਾ ਘਰ ਵੇਚ ਦਿਆਂਗਾ ਅਤੇ ਪੈਸੇ ਨਾਲ ਮੈਂ ਉੱਥੇ ਨਵੇਂ ਸਿਰੇ ਤੋਂ ਸ਼ੁਰੂ ਕਰਾਂਗਾ ਅਤੇ ਸਭ ਕੁਝ ਨਵਾਂ ਪ੍ਰਾਪਤ ਕਰਾਂਗਾ। In this crowded place, one is always having trouble। ਇਸ ਭੀੜ ਭੜੱਕੇ ਵਾਲੀ ਜਗ੍ਹਾ ਵਿੱਚ ਤਾਂ ਮੁਸ਼ਕਲਾਂ ਹੀ ਆਉਣਗੀਆਂ। But I must first go and find out all about it myself। ਮੈਂ ਪਹਿਲਾਂ ਖੁਦ ਜਾਵਾਂਗਾ ਅਤੇ ਇਸ ਬਾਰੇ ਸਭ ਕੁਝ ਪਤਾ ਲਗਾਵਾਂਗਾ। But summer, he got ready and started। ਗਰਮੀਆਂ ਵਿੱਚ ਉਹ ਉੱਥੇ ਜਾਣ ਲਈ ਤਿਆਰ ਹੋ ਗਿਆ। He went down the Volga on a steamer to Smara, then walked another 300 miles on foot, and at last reached the place। ਉਹ ਵੋਲਗਾ ਤੋਂ ਸਟੀਮਰ ਤੇ ਸਮਾਰਾ ਗਿਆ। ਸਟੀਮਰ ਇੱਕ ਵਹੀਕਲ ਦਾ ਨਾਮ ਹੈ ਜੋ ਕਿ ਪਾਣੀ ਵਿੱਚ ਚੱਲਦਾ ਹੈ। ਤਾਂ ਉਸ ਉੱਤੇ ਵੋਲਗਾ ਤੋਂ ਸਮਾਰਾ ਚਲਾ ਗਿਆ ਅਤੇ ਪਰ 300 ਮੀਲ ਪੈਦਲ ਚੱਲਿਆ ਤੇ ਅੰਤ ਵਿੱਚ ਉਸ ਸਥਾਨ ਤੇ ਪਹੁੰਚ ਗਿਆ। It was just as the stranger had said। ਇਹ ਬਿਲਕੁਲ ਉਵੇਂ ਹੀ ਸੀ ਜਿਵੇਂ ਕਿ ਉਸ ਅਜਨਬੀ ਨੇ ਕਿਹਾ ਸੀ। The peasants had plenty of land। ਕਿਸਾਨਾਂ ਕੋਲ ਬਹੁਤ ਜ਼ਿਆਦਾ ਜ਼ਮੀਨ ਸੀ। Anyone who had money could buy land at 2 shillings an acre, as much good freehold land as he wanted। ਕੋਈ ਵੀ ਵਿਅਕਤੀ ਜਿਸ ਕੋਲ ਪੈਸਾ ਸੀ ਉਹ 2 ਸ਼ਿਲਿੰਗ ਪ੍ਰਤੀ ਏਕੜ ਦੇ ਹਿਸਾਬ ਨਾਲ ਜ਼ਮੀਨ ਖਰੀਦ ਸਕਦਾ ਸੀ ਜਿੰਨੀ ਉਹ ਚਾਹੁੰਦਾ ਹੈ। Having found out all he wished to know, Pachom returned home। ਉਹ ਸਭ ਕੁਝ ਜਾਣਨ ਤੋਂ ਬਾਅਦ ਜੋ ਉਹ ਜਾਣਨਾ ਚਾਹੁੰਦਾ ਸੀ, ਜੋ ਜਾਣਨ ਲਈ ਉਹ ਉੱਥੇ ਗਿਆ ਸੀ, Pachom ਵਾਪਸ ਮੁੜਿਆ ਘਰ ਵੱਲ। As autumn came on, he began selling off his belongings। ਜਿਵੇਂ ਹੀ ਪਤਝੜ ਦਾ ਮੌਸਮ ਆਇਆ ਉਸਨੇ ਆਪਣਾ ਸਮਾਨ ਵੇਚਣਾ ਸ਼ੁਰੂ ਕਰ ਦਿੱਤਾ। He sold his land at a profit। ਉਸਨੇ
अपनी जमीन मुनाफे ते बेच दिती, sold his homestead and all his cattle. अपना घर-बार भी बेच दिता ते सारे पशु भी बेच दिते. He only waited till the spring and then started with his family for the new settlement. उसने बस बसंत रुत तक ही इंतजार किया ते फिर अपने परिवार नाल उस नवी सेटलमेंट दी ओर चला गया. As soon as Pacom and his family reached their new abode, he put up the buildings he needed and bought cattle. ਜਿਵੇਂ ਹੀ ਪਖੋਮ ਤੇ ਉਸ ਦਾ ਪਰਿਵਾਰ ਆਪਣੇ ਨਵੇਂ ਨਿਵਾਸ ਸਥਾਨ ਤੇ ਪਹੁੰਚਿਆ, ਉਸਨੇ ਆਪਣੀਆਂ ਲੋੜੀਂਦੀਆਂ ਇਮਾਰਤਾਂ ਬਣਾ ਦਿੱਤੀਆਂ ਅਤੇ ਪਸ਼ੂ ਵੀ ਖਰੀਦ ਲਏ. He now had 3 times as much as at his former home, and the land was good corn land. ਉਸ ਕੋਲ ਹੁਣ ਆਪਣੇ ਪੁਰਾਣੇ ਘਰ ਨਾਲੋਂ 3 ਗੁਣਾ ਜ਼ਿਆਦਾ ਸੀ ਅਤੇ ਜ਼ਮੀਨ ਵੀ ਚੰਗੀ ਮੱਕੀ ਦੀ ਸੀ. He was 10 times better off than he had been. ਉਹ ਪਹਿਲਾਂ ਨਾਲੋਂ 10 ਗੁਣਾ ਇੱਥੇ ਬਿਹਤਰ ਸੀ. He had plenty of land and could keep as many head of cattle as he liked. ਉਸ ਕੋਲ ਹੁਣ ਕਾਫੀ ਜ਼ਮੀਨ ਸੀ ਤੇ ਉਹ ਜਿੰਨੇ ਚਾਹੇ ਉਹਨੇ ਪਸ਼ੂ ਖਰੀਦ ਸਕਦਾ ਸੀ ਤੇ ਰੱਖ ਸਕਦਾ ਸੀ. Pacom was pleased with it all, but when he got used to it, he began to think that even here he had not enough land. Pacom ਇਹ ਸਭ ਕੁਝ ਦੇਖ ਕੇ ਖੁਸ਼ ਸੀ, ਪਰ ਜਦੋਂ ਉਸਨੂੰ ਆਦਤ ਪੈ ਗਈ ਇਸ ਸਭ ਦੀ ਤਾਂ ਉਹ ਸੋਚਣ ਲੱਗਾ ਕਿ ਇੱਥੇ ਵੀ ਉਸ ਕੋਲ ਜ਼ਮੀਨ ਨਹੀਂ ਹੈ. The first year he sowed wheat on his land and had a good crop. ਪਹਿਲੇ ਸਾਲ ਉਸਨੇ ਆਪਣੀ ਜ਼ਮੀਨ ਉੱਤੇ ਕਣਕ ਦੀ ਬਿਜਾਈ ਕੀਤੀ ਤੇ ਚੰਗੀ ਫਸਲ ਪਾਈ. After a time, Pacom noticed that some peasants, dealers, were living on separate farms and were growing wealthy. कुछ समय बाद पखोम ने देखा कि कुछ किसान व्यापारी ਵੱਖਰੇ ਖੇਤਾਂ ਵਿੱਚ ਰਹਿ ਰਹੇ ਸਨ ਅਤੇ ਅਮੀਰ ਵੀ ਹੋ ਰਹੇ ਸਨ. And he thought, ਤੇ ਉਸਨੇ ਸੋਚਿਆ, if I were to buy some more land, it would be different thing altogether. ਕਾਸ਼ ਮੈਂ ਹੋਰ ਜ਼ਮੀਨ ਖਰੀਦ ਸਕਦਾ ਤਾਂ ਗੱਲ ਹੀ ਕੁਝ ਵੱਖਰੀ ਸੀ. The question of buying more land recurred to him again and again. ਜ਼ਮੀਨ ਖਰੀਦਣ ਦਾ ਸਵਾਲ ਉਸ ਦੇ ਸਾਹਮਣੇ ਬਾਰ-ਬਾਰ ਉੱਠਿਆ. So Pacom began looking out for land which he could buy, and he came across a peasant who had bought 1,300 acres, but having got into difficulties, was willing to sell again cheap. इसलिए पखोम ने जमीन की तलाश शुरू की थी जो ਉਹ ਖਰੀਦ ਸਕਦਾ ਸੀ ਅਤੇ ਉਹ ਇੱਕ ਕਿਸਾਨ ਨੂੰ ਮਿਲਿਆ ਜਿਸ ਨੇ 1300 ਏਕੜ ਜ਼ਮੀਨ ਖਰੀਦੀ ਸੀ ਪਰ ਮੁਸ਼ਕਿਲਾਂ ਵਿੱਚ ਫਸ ਕੇ ਦੁਬਾਰਾ ਸਸਤੇ ਵਿੱਚ ਵੇਚਣ ਲਈ ਤਿਆਰ ਸੀ. Pacom bargained and haggled with him, and at last they settled the price at 1,500 rubles, part in cash and part to be paid later. Pacom ਨੇ ਉਸ ਨਾਲ ਸੌਦਾ ਕੀਤਾ ਅਤੇ ਅੰਤ ਵਿੱਚ ਉਹਨਾਂ ਨੇ 1500 ਰੂਬਲ ਵਿੱਚ ਕੀਮਤ ਦਾ ਨਿਪਟਾਰਾ ਕਰ ਦਿੱਤਾ.
ਕੁਝ ਹਿੱਸਾ ਨਗਦ ਅਤੇ ਕੁਝ ਹਿੱਸਾ ਬਾਅਦ ਵਿੱਚ ਦਿੱਤਾ ਜਾਣਾ ਸੀ। They had all but clinched the matter when a passing dealer happened to stop at Peckhams one day to get a feed for his horses. ਉਹਨਾਂ ਨੇ ਮਾਮਲਾ ਉਦੋਂ ਸੁਲਝਾਇਆ ਜਦੋਂ ਇੱਕ ਲੰਘਦਾ ਹੋਇਆ ਡੀਲਰ ਆਪਣੇ ਘੋੜਿਆਂ ਲਈ ਚਾਰਾ ਲੈਣ ਲਈ ਇੱਕ ਦਿਨ ਪਖੌਮ ਵਿਖੇ ਰੁਕਿਆ। He drank tea with Peckham and they had a talk. ਉਸਨੇ ਪਖੌਮ ਨਾਲ ਚਾਹ ਪੀਤੀ ਅਤੇ ਉਹਨਾਂ ਦੀ ਗੱਲਬਾਤ ਹੋਈ। The dealer said that he was just returning from the land of the Bushkers far away, where he had bought 13,000 acres of land. डीलर ने कहा कि ਉਹ ਹੁਣੇ ਹੀ ਬੈਸ਼ਕਰਸ ਦੀ ਜ਼ਮੀਨ ਤੋਂ ਵਾਪਸ ਆ ਰਿਹਾ ਸੀ ਜਿੱਥੇ ਉਸਨੇ 13,000 ਏਕੜ ਜ਼ਮੀਨ ਖਰੀਦੀ ਸੀ all for 1,000 rubles सारी 1,000 रूबल ਵਿੱਚ। The Peckham questioned him further and the tradesman said Peckham ਨੇ ਉਸਨੂੰ ਹੋਰ ਸਵਾਲ ਪੁੱਛੇ ਅਤੇ ਵਪਾਰੀ ਨੇ ਕਿਹਾ all one need do is to make friends with the chiefs chiefs ਨਾਲ ਦੋਸਤੀ ਕਰਨ ਦੀ ਸਭ ਨੂੰ ਲੋੜ ਹੈ। I gave away about 100 rubles worth of silk robes and carpets besides a case of tea, and I gave wine to those who would drink it, and I got the land for less than a penny an acre. And he showed Peckham the title deeds, saying, मैं चाह देने के बजाय लगभग 100 रूबल ਦੇ ਸਿਲਕ ਰੋਬਸ ਤੇ ਕਾਰਪੇਟਸ ਦਿੱਤੇ ਅਤੇ ਮੈਂ ਉਹਨਾਂ ਨੂੰ ਵਾਈਨ ਦਿੱਤੀ ਜੋ ਉਹਨਾਂ ਨੇ ਪੀਤੀ ਅਤੇ ਮੈਨੂੰ ਜ਼ਮੀਨ ਮਿਲੀ 1 ਪੈਸੇ ਪ੍ਰਤੀ ਏਕੜ ਤੋਂ ਵੀ ਘੱਟ। ਤੇ ਫਿਰ ਉਸ ਵਪਾਰੀ ਨੇ ਪਖੋਮ ਨੂੰ ਉਸ ਜ਼ਮੀਨ ਦੇ ਫਾਇਦਿਆਂ ਨੂੰ ਦਿਖਾਉਂਦੇ ਹੋਏ ਕਿਹਾ The land lies near a river and the whole prairie virgin oil ਇੱਕ ਨਦੀ ਦੇ ਨੇੜੇ ਹੈ ਤੇ ਬਹੁਤ ਹੀ ਚੰਗੀ ਮਿੱਟੀ ਦੀ ਜ਼ਮੀਨ ਹੈ। Peckham plied him with questions and the tradesman said Peckham ਨੇ ਉਸਨੂੰ ਹੋਰ ਸਵਾਲ ਪੁੱਛੇ ਤੇ ਉਸ ਵਪਾਰੀ ਨੇ ਕਿਹਾ There is more land there than you could cover if you walked a year, and it all belongs to the Bashkers. ਇੰਨੀ ਜ਼ਿਆਦਾ ਉੱਥੇ ਜ਼ਮੀਨ ਹੈ ਕਿ ਜੇ ਤੁਸੀਂ 1 ਸਾਲ ਪੂਰੇ 1 ਸਾਲ ਵੀ ਚੱਲੋ ਨਾ ਉਸ ਨੂੰ ਕਵਰ ਕਰਨ ਲਈ ਤਾਂ ਵੀ ਉਹ ਕਵਰ ਨਹੀਂ ਹੋ ਪਾਵੇਗੀ ਤਾਂ ਉਹ ਸਾਰੀ ਜ਼ਮੀਨ ਬਸ਼ਕਰਾਂ ਦੀ ਹੈ। They are as simple as sheep, and
Land can be got almost for nothing। ਉਹ ਬਿਲਕੁਲ ਇੱਕ ਸ਼ੀਪ ਵਾਂਗ ਹੀ ਸਧਾਰਨ ਹਨ, ਸਿੰਪਲ ਹਨ। ਤੇ ਜਿਹੜੀ ਜ਼ਮੀਨ ਹੈ ਉਹ ਥੋੜੇ ਹੀ ਪੈਸਿਆਂ ਨਾਲ ਖਰੀਦੀ ਜਾ ਸਕਦੀ ਹੈ। There is more land, thought Pacom. With my 1,000 rubles, why should I get only 1,300 acres and saddle myself with a debt? Besides, if I take it out there, I can get more than 10 times as much for the money। मैं अपने 1,000 ਰੂਬਲ ਨਾਲ ਬਹੁਤ ਸਾਰੀ ਜ਼ਮੀਨ ਖਰੀਦ ਸਕਦਾ ਹਾਂ। ਤਾਂ ਮੈਂ ਉਹਨਾਂ ਨਾਲ ਬਸ 1,300 ਏਕੜ ਹੀ ਕਿਉਂ ਖਰੀਦਾਂ? ਨਾਲੇ ਫਿਰ ਮੈਂ ਕਰਜ਼ ਵੀ ਚੁਕਾਂਗਾ ਤੇ ਬਾਅਦ ਵਿੱਚ ਉਹਨਾਂ ਨੂੰ ਚੁਕਾਊਂਗਾ ਵੀ। ਜੇ ਮੈਂ ਉੱਥੇ ਦੀ ਜ਼ਮੀਨ ਖਰੀਦਾਂ ਤਾਂ ਮੈਨੂੰ 10 ਗੁਣਾ ਜ਼ਿਆਦਾ ਜ਼ਮੀਨ ਮਿਲੇਗੀ। Pacom left his wife to look after the homestead and started on his journey, taking the tradesman with him। Pacom ਨੇ ਆਪਣੀ ਪਤਨੀ ਨੂੰ ਘਰ ਦੀ ਦੇਖਭਾਲ ਲਈ ਛੱਡ ਦਿੱਤਾ ਅਤੇ ਵਪਾਰੀ ਨੂੰ ਆਪਣੇ ਨਾਲ ਲੈ ਕੇ ਆਪਣੀ ਯਾਤਰਾ ਸ਼ੁਰੂ ਕਰ ਦਿੱਤੀ। On and on they went until they had gone more than 300 miles, and on the seventh day they came to a place where the Bashkirs had pitched their tents। It was all just as the tradesman had said। ਤਾਂ ਉਹ ਆਪਣੇ ਰਸਤੇ ਚਲਦੇ ਗਏ ਤੇ 7ਵੇਂ ਦਿਨ ਉਹ ਉਸ ਜਗ੍ਹਾ ਤੇ ਪਹੁੰਚ ਗਏ ਜਿੱਥੇ ਕਿ ਬਾਸ਼ਕਰਸ ਰਹਿੰਦੇ ਸਨ। ਤੇ ਉਹ ਇਹ ਬਿਲਕੁਲ ਉਵੇਂ ਹੀ ਸੀ ਜੋ ਕਿ ਉਸ ਵਪਾਰੀ ਨੇ ਕਿਹਾ ਸੀ। As soon as they saw Pacom, they came out of their tents and gathered round their visitor। ਜਿਵੇਂ ਹੀ ਉਹਨਾਂ ਨੇ ਪਖੋਮ ਨੂੰ ਦੇਖਿਆ ਤਾਂ ਉਹ ਉਸ ਦੇ ਆਲੇ ਦੁਆਲੇ ਖੜ ਗਏ। An interpreter was found, and Pacom told them that he had come about to have some land। Interpreter ਹੁੰਦਾ ਹੈ ਜੋ ਭਾਸ਼ਾਵਾਂ ਨੂੰ ਟਰਾਂਸਲੇਟ ਕਰ ਸਕੇ। ਜਿਵੇਂ ਕਿਸੇ ਨੂੰ ਜੇ ਰਸ਼ੀਅਨ ਲੈਂਗੁਏਜ ਸਮਝ ਨਹੀਂ ਆਉਂਦੀ ਜਾਂ ਫ੍ਰੈਂਚ ਲੈਂਗੁਏਜ ਸਮਝ ਨਹੀਂ ਆਉਂਦੀ ਤਾਂ ਉਹ ਉਸ ਨੂੰ ਟਰਾਂਸਲੇਟ ਕਰਕੇ ਉਸ ਭਾਸ਼ਾ ਵਿੱਚ ਜਿਹੜੀ ਉਸ ਨੂੰ ਆਉਂਦੀ ਹੈ ਸਮਝਾ ਸਕਦਾ ਹੈ। ਤਾਂ ਉਸ ਇੰਟਰਪ੍ਰੀਟਰ ਨੂੰ ਲੱਭਿਆ ਗਿਆ ਤੇ ਪਖੋਮ ਨੇ ਦੱਸਿਆ ਕਿ ਉਹ ਇੱਥੇ ਜ਼ਮੀਨ ਖਰੀਦਣ ਲਈ ਆਇਆ ਹੈ। The Bashkars seemed very glad। They took Pacom and led him into one of the best tents, where they made him sit on some down cushions placed on a carpet, while they sat around him। Bashkars बहुत खुश होए। ਉਹ ਪਖੋਮ ਨੂੰ ਲੈ ਗਏ ਅਤੇ ਉਸ ਨੂੰ ਸਭ ਤੋਂ ਵਧੀਆ ਟੈਂਟਾਂ ਵਿੱਚੋਂ ਇੱਕ ਵਿੱਚ ਲੈ ਗਏ। ਜਿੱਥੇ ਉਹਨਾਂ ਨੇ ਉਸ ਨੂੰ ਇੱਕ ਕਾਰਪੇਟ ਤੇ ਰੱਖੇ ਹੋਏ ਕੁਸ਼ਨਸ ਤੇ ਬਿਠਾਇਆ ਅਤੇ ਆਪ ਵੀ ਉਸ ਦੇ ਆਲੇ ਦੁਆਲੇ ਬੈਠ ਗਏ।
They gave him some tea and kumis and had a sheep killed and gave him mutton to eat. ਉਹਨਾਂ ਨੇ ਪਖੋਮ ਨੂੰ ਚਾਹ ਦਿੱਤੀ ਤੇ ਕਿਊਮਸ ਵੀ ਦਿੱਤਾ ਤੇ ਇੱਕ ਸ਼ੀਪ ਨੂੰ ਮਾਰਿਆ ਤੇ ਉਸ ਨੂੰ ਮਟਨ ਖਾਣ ਲਈ ਵੀ ਦਿੱਤਾ। Pacom took presents out of his cart and distributed them among the buskers and divided the tea amongst them. Pacom ਨੇ ਆਪਣੀ ਕਾਰਟ ਵਿੱਚੋਂ ਤੋਹਫੇ ਕੱਢੇ ਤੇ ਉਹਨਾਂ ਨੂੰ ਬਸ਼ਕਰਸ ਵਿੱਚ ਵੰਡ ਦਿੱਤਾ ਅਤੇ ਚਾਹ ਨੂੰ ਵੀ ਵੰਡ ਦਿੱਤਾ। The buskers were delighted और बहुत खुश हो गए। They talked a great deal among themselves and then told the interpreter to translate. ਉਹਨਾਂ ਨੇ ਆਪਸ ਵਿੱਚ ਬਹੁਤ ਸਾਰੀਆਂ ਗੱਲਾਂ ਕੀਤੀਆਂ ਤੇ ਫਿਰ ਉਸ ਇੰਟਰਪ੍ਰੀਟਰ ਨੂੰ ਟ੍ਰਾਂਸਲੇਟ ਕਰਨ ਲਈ ਕਿਹਾ। They wish to tell you, said the interpreter, that they like you and that it is our custom to do all we can to please a guest and to repay him for his gift. You have given us presents. Now tell us which of the things we possess please you best, that we may present them to you. ਉਹ ਤੁਹਾਨੂੰ ਦੱਸਣਾ ਚਾਹੁੰਦੇ ਹਨ। ਉਸ ਇੰਟਰਪ੍ਰੀਟਰ ਨੇ ਕਿਹਾ ਕਿ ਉਹ ਤੁਹਾਨੂੰ ਪਸੰਦ ਕਰਦੇ ਹਨ ਤੇ ਇਹ ਸਾਡੀ ਇੱਕ ਰਿਵਾਜ ਹੈ, ਕਸਟਮ ਹੈ ਕਿ ਅਸੀਂ ਮਹਿਮਾਨ ਨੂੰ ਖੁਸ਼ ਕਰਨ ਲਈ ਅਤੇ ਉਸ ਦੇ ਤੋਹਫਿਆਂ ਲਈ ਉਸ ਦੇ ਤੋਹਫੇ ਜੋ ਉਸਨੇ ਸਾਨੂੰ ਦਿੱਤੇ ਹਨ ਉਹ ਵਾਪਸ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰੀਏ। ਤੁਸੀਂ ਸਾਨੂੰ ਤੋਹਫੇ ਦਿੱਤੇ ਹਨ, ਹੁਣ ਸਾਨੂੰ ਦੱਸੋ ਕਿ ਸਾਡੇ ਕੋਲ ਅਜਿਹੀ ਕਿਹੜੀ ਚੀਜ਼ ਹੈ ਜੋ ਤੁਹਾਨੂੰ ਪਸੰਦ ਆਈ ਹੈ ਤਾਂ ਜੋ ਅਸੀਂ ਤੁਹਾਨੂੰ ਉਹ ਦੇ ਸਕੀਏ। What pleases me best here, answered Pacom, is your land. ਜਿਹੜੀ ਚੀਜ਼ ਮੈਨੂੰ ਇੱਥੇ ਸਭ ਤੋਂ ਵੱਧ ਚੰਗੀ ਲੱਗੀ ਹੈ ਉਹ ਤੁਹਾਡੀ ਜ਼ਮੀਨ ਹੈ। Our land is crowded and the soil is exhausted. But you have plenty of land and it is good land. ਸਾਡੀ ਜ਼ਮੀਨ ਦੀ ਜਿਹੜੀ ਮਿੱਟੀ ਹੈ ਉਹ ਇੰਨੀ ਵਧੀਆ ਨਹੀਂ ਹੈ ਪਰ ਤੁਹਾਡੇ ਕੋਲ ਤਾਂ ਬਹੁਤ ਸਾਰੀ ਜ਼ਮੀਨ ਹੈ ਤੇ ਇੱਕ ਚੰਗੀ ਜ਼ਮੀਨ ਵੀ ਹੈ। I never saw the like of it. ਮੈਂ ਅਜਿਹਾ ਪਹਿਲਾਂ ਕਦੇ ਨਹੀਂ ਦੇਖਿਆ। Pacom immediately fetched the best dressing gown and 5 pounds of tea and offered these to the chief. Pacom ਜਲਦੀ ਬਸ਼ਕਰਾਂ ਦੇ ਜਿਹੜੇ ਚੀਫ ਹੈ ਉਸ ਲਈ ਕੱਪੜੇ ਲੈ ਕੇ ਆਇਆ ਤੇ ਬਹੁਤ ਸਾਰੀ ਚਾਹ ਵੀ ਲੈ ਕੇ ਆਇਆ। The chief accepted them ਤੇ ਉਹਨਾਂ ਦੇ ਚੀਫ ਨੇ ਇਹ ਸਾਰਾ ਕੁਝ accept ਕਰ ਲਿਆ। And seated himself in the place of honor ਤੇ ਉਸ ਨੂੰ ਆਪਣੇ ਕੋਲ ਬਿਠਾ ਲਿਆ। The buskers at once began telling him something ਤੇ buskers ਉਸ ਨੂੰ ਕੁਝ ਕਹਿਣ ਲੱਗੇ। The chief listened for a while. Chief ਨੇ ਕੁਝ ਦੇਰ ਲਈ ਸੁਣਿਆ, then made a sign with his head for them to be silent. ਤੇ ਫਿਰ ਉਹਨਾਂ ਨੂੰ ਚੁੱਪ ਰਹਿਣ ਲਈ ਕਹਿ ਦਿੱਤਾ। And addressing himself to Pacom, said in Russian, well, let it be so. Choose whatever piece of land you like. We have plenty of land.
ਤੇ ਫਿਰ ਉਸਨੇ ਪਖੋਮ ਨੂੰ ਰਸ਼ੀਅਨ ਲੈਂਗੁਏਜ ਵਿੱਚ ਕਿਹਾ ਕਿ ਜਿਹੜਾ ਵੀ ਜ਼ਮੀਨ ਦਾ ਟੁਕੜਾ ਤੁਹਾਨੂੰ ਚੰਗਾ ਲੱਗਿਆ ਉਹ ਚੂਜ਼ ਕਰ ਲਓ। ਸਾਡੇ ਕੋਲ ਬਹੁਤ ਸਾਰੀ ਜ਼ਮੀਨ ਹੈ। And what will be the price? asked Pacom. ਤੇ ਕੀਮਤ ਕੀ ਹੋਵੇਗੀ? Pacom ਨੇ ਕਿਹਾ। Our prices is always the same. 1000 rubles a day. ਸਾਡੀ ਤਾਂ ਕੀਮਤ ਜਿਹੜੀ ਹੈ ਉਹ ਹਮੇਸ਼ਾ ਸੇਮ ਹੀ ਰਹਿੰਦੀ ਹੈ। ਇੱਕ ਦਿਨ ਦੇ 1000 ਰੂਬਲ। Pacom didn't understand. Pacom ਨੂੰ ਸਮਝ ਨਹੀਂ ਆਈ। A day? What measure is that? ਇਹ ਕਿਹੋ ਜਿਹਾ ਮਾਪ ਹੈ? How many acres would that be? ਇਹ ਕਿੰਨੇ ਏਕੜ ਦਾ ਹੋਵੇਗਾ? We don't know how to reckon it out, said the chief. Chief ਨੇ ਕਿਹਾ ਸਾਨੂੰ ਨਹੀਂ ਪਤਾ ਕਿ ਇਸ ਨੂੰ ਕਿਵੇਂ ਗਿਣਿਆ ਜਾਵੇ। We sell it by the day. ਅਸੀਂ ਤਾਂ ਇਸ ਨੂੰ ਦਿਨ ਦੇ ਅਕੋਰਡਿੰਗ ਹੀ ਵੇਚਦੇ ਹਾਂ। As much as you can go round on your feet is a day is yours. As much you can go round on your feet in a day is yours, and the price is 1000 rubles a day. ਜਿੰਨਾ ਤੁਸੀਂ ਇੱਕ ਦਿਨ ਵਿੱਚ ਆਪਣੇ ਪੈਰਾਂ ਤੇ ਜ਼ਮੀਨ ਨੂੰ ਕਵਰ ਕਰ ਸਕਦੇ ਹੋ ਉਹ ਤੁਹਾਡੀ ਹੈ ਤੇ ਕੀਮਤ ਇੱਕ ਦਿਨ ਦੀ 1000 ਰੂਬਲ ਹੈ। ਤਾਂ ਪਖੋਮ was surprised. ਪਖੋਮ ਹੈਰਾਨ ਰਹਿ ਗਿਆ। But in a day you can get round a large tract of land, he said. ਪਰ ਇੱਕ ਦਿਨ ਵਿੱਚ ਤਾਂ ਜ਼ਮੀਨ ਦੇ ਇੱਕ ਵੱਡੇ ਹਿੱਸੇ ਨੂੰ ਵੀ ਕਵਰ ਕੀਤਾ ਜਾ ਸਕਦਾ ਹੈ, ਉਸਨੇ ਕਿਹਾ। The chief laughed. ਉਹ ਹੱਸਿਆ। It will all be yours, said he. ਤਾਂ ਉਹ ਸਾਰੀ ਤੁਹਾਡੀ ਹੋ ਜਾਵੇਗੀ, ਉਸਨੇ ਕਿਹਾ। But there is one condition. ਪਰ ਇੱਕ ਸ਼ਰਤ ਹੈ। If you don't return on the same day to the spot whence you started, your money is lost. ਜੇਕਰ ਤੁਸੀਂ ਉਸੇ ਦਿਨ ਉਸੇ ਥਾਂ ਤੇ ਵਾਪਸ ਨਹੀਂ ਆਏ ਜਿੱਥੋਂ ਤੁਸੀਂ ਸ਼ੁਰੂਆਤ ਕੀਤੀ ਸੀ ਤਾਂ ਤੁਹਾਡੇ ਪੈਸੇ ਜਿਹੜੇ ਹੈ ਉਹ ਤੁਹਾਨੂੰ ਵਾਪਸ ਨਹੀਂ ਮਿਲਣਗੇ ਤੇ ਤੁਸੀਂ ਆਪਣੇ ਪੈਸੇ ਨੂੰ ਖੋ ਦੋਗੇ। Pacom was delighted. Pacom खुश हो गया। It was decided to start early next morning. ਅਗਲੀ ਸਵੇਰ ਨੂੰ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ। They gave Pacom a feather bed to sleep on and the bashkars dispersed for the night. ਉਹਨਾਂ ਨੇ Pacom ਨੂੰ ਇੱਕ ਨਰਮ ਬਿਸਤਰ ਦਿੱਤਾ, ਨਰਮ ਬੈੱਡ ਦਿੱਤਾ ਅਤੇ ਉਹ ਸੌਣ ਲਈ ਅਲੱਗ-ਅਲੱਗ ਹੋ ਗਏ। Pacom lay on the feather bed but couldn't sleep. Pacom ਇੱਕ feather bed ਤੇ ਸੋ ਰਿਹਾ ਸੀ ਪਰ ਉਸਨੂੰ ਨੀਂਦ ਨਹੀਂ ਆ ਰਹੀ ਸੀ। He kept thinking about the land. ਉਹ ਜ਼ਮੀਨ ਦੇ ਬਾਰੇ ਸੋਚ ਰਿਹਾ ਸੀ। What a large tract I will mark off, thought he. I can easily do 35 miles in a day. मैं कितना बड़ा ट्रैक्ट मार्क करांगा, उसने सोचा। मैं एक दिन ਵਿੱਚ 35 ਮੀਲ ਆਸਾਨੀ ਨਾਲ ਕਰ ਹੀ ਲਵਾਂਗਾ। In the morning he got up, roused his man, bade him harness, and went to call the bashkars. ਅਗਲੀ ਸਵੇਰ ਉਹ ਉੱਠਿਆ, ਆਪਣੇ ਆਦਮੀ ਨੂੰ ਜਗਾਇਆ
ਉਸ ਨੂੰ ਕੱਢਿਆ ਅਤੇ ਬਸ਼ਕਰਸ ਨੂੰ ਬੁਲਾਉਣ ਚਲਾ ਗਿਆ। It's time to go to the state to measure the land, he said. ਇਹ ਜ਼ਮੀਨ ਨੂੰ ਮਾਪਣ ਲਈ ਮੈਦਾਨ ਵਿੱਚ ਜਾਣ ਦਾ ਸਮਾਂ ਹੈ, ਉਸਨੇ ਕਿਹਾ। The Bashkars rose and assembled, and the chiefs came too. They ascended a hillock and, dismounting from their carts and their horses, gathered in one spot. The chief came up to Pakam and, stretching out his arms towards the plain. ਬਸ਼ਕਰਸ ਉੱਠੇ ਅਤੇ ਇਕੱਠੇ ਹੋਏ ਅਤੇ ਮੁਖੀ ਵੀ ਆਇਆ। ਉਹ ਇੱਕ ਪਹਾੜੀ ਉੱਤੇ ਚੜੇ ਅਤੇ ਆਪਣੇ ਘੋੜਿਆਂ ਅਤੇ ਗੱਡੀਆਂ ਤੋਂ ਉਤਰਦੇ ਹੋਏ ਇੱਕ ਥਾਂ ਤੇ ਇਕੱਠੇ ਹੋਏ। ਪਖੌਮ ਚੀਫ ਜਿਹੜਾ ਹੈ ਉਹ ਪਖੌਮ ਵੱਲ ਆਇਆ ਅਤੇ ਉਸ ਮੈਦਾਨ ਵੱਲ ਇਸ਼ਾਰਾ ਕੀਤਾ। See, said he, all this, as far as your eye can reach, is ours. ਦੇਖੋ, ਉਸਨੇ ਕਿਹਾ, ਜਿੰਨਾ ਤੁਸੀਂ ਆਪਣੀਆਂ ਅੱਖਾਂ ਨਾਲ ਦੇਖ ਸਕਦੇ ਹੋ ਉਹ ਸਾਡੀ ਜ਼ਮੀਨ ਹੈ। You may have any part of it you like. ਤੁਹਾਡੇ ਕੋਲ ਇਸ ਦਾ ਕੋਈ ਵੀ ਹਿੱਸਾ ਹੋ ਸਕਦਾ ਹੈ ਜਿਹੜਾ ਤੁਹਾਨੂੰ ਪਸੰਦ ਹੈ। Pocahontas' eyes glistered. ਉਸ ਦੀਆਂ ਜਿਹੜੀਆਂ ਅੱਖਾਂ ਹੈ ਉਹ ਚਮਕ ਉੱਠੀਆਂ। It was all virgin soil. एक बहुत ही चंगी मिट्टी वाली जमीन सी। The chief took off his fox fur cap, placed it on the ground, and said, "This will be the mark. Start from here and return here again. All the land you go round shall be yours." चीफ ने अपनी कैप उतारी ते इसनू ਜ਼ਮੀਨ ਤੇ ਰੱਖ ਦਿੱਤਾ ਤੇ ਕਹਿਣ ਲੱਗਾ ਕਿ ਇੱਕ ਨਿਸ਼ਾਨ ਦਾ ਕੰਮ ਕਰੇਗੀ। ਇੱਥੋਂ ਸਟਾਰਟ ਕਰੋ ਤੇ ਵਾਪਸ ਇੱਥੇ ਹੀ ਆਓ ਤੇ ਜਿੰਨੀ ਤੁਸੀਂ ਲੈਂਡ ਕਵਰ ਕਰੋਗੇ ਉਹ ਤੁਹਾਡੀ ਹੋ ਜਾਵੇਗੀ। Pacom took out his money and put it on the cap. उसने पैसे ਕੱਢੇ ਤੇ ਕੈਪ ਉੱਤੇ ਰੱਖ ਦਿੱਤੇ। Then he took off his outer coat, remaining in his sleeveless undercoat. ਤੇ ਉਸਨੇ ਆਪਣਾ ਕੋਟ ਉਤਾਰ ਦਿੱਤਾ ਤੇ ਹੁਣ ਉਸਨੇ ਬਿਨਾ sleeves ਦਾ ਇੱਕ ਕੋਟ ਪਹਿਨ ਰੱਖਿਆ ਸੀ। He unfastened his girdle and tied it tight below his stomach, put a little bag of bread into the breast of his coat, and tying a flask of water to his girdle, he drew up the tops of his boot, took the spade from his man, and stood ready to start. ਉਸਨੇ ਆਪਣਾ ਕਮਰ ਕੱਸਿਆ ਅਤੇ ਇਸ ਨੂੰ ਪੇਟ ਤੇ ਹੇਠਾਂ ਕੱਸ ਕੇ ਬੰਨ ਲਿਆ। ਰੋਟੀ ਦਾ ਇੱਕ ਛੋਟਾ ਜਿਹਾ ਥੈਲਾ ਆਪਣੀ ਕੋਟ ਦੀ ਜੇਬ ਵਿੱਚ ਪਾਇਆ ਤੇ ਆਪਣੀ ਕਮਰ ਤੇ ਪਾਣੀ ਦਾ ਇੱਕ ਫਲਾਸਕ ਵੀ ਬੰਨ ਲਿਆ। ਉਸਨੇ ਆਪਣੀ ਬੂਟਸ ਤੇ ਜਿਹੜੀ ਟੌਪ ਸੀ ਉਸ ਨੂੰ ਖਿੱਚਿਆ ਤੇ ਆਪਣੇ ਆਦਮੀ ਤੋਂ ਸਪੇਡ ਲਈ। ਸਪੇਡ ਇੱਕ ਅਜਿਹਾ ਔਜ਼ਾਰ ਹੁੰਦਾ ਹੈ ਜੋ ਖੇਤੀ ਕਰਨ ਦੇ ਕੰਮ ਆਉਂਦਾ ਹੈ ਤੇ ਫਿਰ ਉਹ ਸ਼ੁਰੂ ਕਰਨ ਲਈ ਤਿਆਰ ਹੋ ਗਿਆ। He considered for some moments which way he had better go. It was tempting everywhere.
ਉਸਨੇ ਕੁਝ ਪਲਾਂ ਲਈ ਸੋਚਿਆ ਕਿ ਉਹ ਕਿਸ ਤਰੀਕੇ ਨਾਲ ਆਪਣੀ ਜਰਨੀ ਨੂੰ ਸ਼ੁਰੂ ਕਰਨ ਵਿੱਚ ਬਿਹਤਰ ਰਹੇਗਾ। ਪਰ ਹਰ ਪਾਸੇ ਉਸਨੂੰ ਚੰਗਾ ਹੀ ਨਜ਼ਰ ਆਇਆ। नो मैटर ही कंक्लूडेड। फिर उसने सोचा कि कोई फर्क नहीं पैंदा। आई विल गो टुवर्ड्स द राइजिंग सन। मैं चढ़ते सूरज वाल जाऊंगा। Pocahontas started walking neither slowly nor quickly। उसने चलना शुरू किया, ना ही तो वो ज्यादा हौली चल रहा सी ते ना ही ज्यादा तेज। After having gone 1,000 yards, he stopped। कुछ दूर चलन बाद वो रुक गया। Dug a hole। एक होल जिहड़ा है वो पुट्टिया and placed piece of turf one and another to make it more visible। ਅਤੇ ਇਸ ਨੂੰ ਹੋਰ ਵਿਜ਼ੀਬਲ ਬਣਾਉਣ ਲਈ ਇੱਕ ਦੂਜੇ ਉੱਤੇ ਟਰਫ ਦੇ ਜਿਹੜੇ ਟੁਕੜੇ ਹੈ ਉਹ ਰੱਖ ਦਿੱਤੇ। Then he went on। ਫਿਰ ਉਹ ਚੱਲਦਾ ਗਿਆ। And now that he had walked off his stiffness, he quickened his pace। After a while he dug another hole। ਤੇ ਹੁਣ ਉਹ ਚੱਲਦਾ ਚੱਲਦਾ ਥੋੜਾ ਤੇਜ਼ ਚੱਲਣ ਲੱਗਾ ਤੇ ਕੁਝ ਦੇਰ ਬਾਅਦ ਉਸਨੇ ਇੱਕ ਹੋਰ ਹੋਲ ਪੁੱਟਿਆ। I will go on for another 3 miles, thought he, and then turned to the left। मैं ਹੋਰ 3 मील ਚੱਲਾਂਗਾ, ਉਸਨੇ ਸੋਚਿਆ ਤੇ ਫਿਰ ਖੱਬੇ ਪਾਸੇ ਮੁੜ ਜਾਵਾਂਗਾ। This sport is so fine। ਇਹ ਜਗ੍ਹਾ ਬਹੁਤ ਵਧੀਆ ਹੈ। That it would be a pity to lose it। The further one goes, the better the land seems। ਜਿੰਨਾ ਤੁਸੀਂ ਉਸ ਜ਼ਮੀਨ ਤੇ ਅੱਗੇ ਵਧੋਗੇ ਉਹ ਜ਼ਮੀਨ ਉਨੀ ਹੀ ਵਧੀਆ ਲੱਗਣ ਲੱਗਦੀ ਹੈ। He went straight on for a while, and when he looked round, the hillock was scarcely visible, and the people on it looked like black ants, and he would just see something glistening there in the sun। ਉਹ ਥੋੜੀ ਦੇਰ ਲਈ ਸਿੱਧਾ ਅੱਗੇ ਵਧਿਆ ਅਤੇ ਜਦੋਂ ਉਸਨੇ ਮੁੜ ਕੇ ਵੇਖਿਆ ਤਾਂ ਪਹਾੜੀ ਬਹੁਤ ਘੱਟ ਦਿਖਾਈ ਦੇ ਰਹੀ ਸੀ ਤੇ ਉਸ ਤੇ ਖੜੇ ਲੋਕ ਬਿਲਕੁਲ ਕਾਲੀਆਂ ਕੀੜੀਆਂ ਵਾਂਗ ਦਿਖਾਈ ਦੇ ਰਹੇ ਸਨ ਅਤੇ ਉਸ ਨੂੰ ਸੂਰਜ ਵਿੱਚ ਕੁਝ ਚਮਕਦਾ ਦਿਖਾਈ ਦਿੰਦਾ ਸੀ। Ah, thought Peacock, I've gone far enough in this direction। It's time to turn। Besides, I'm in a regular sweat and very thirsty। Peacock ने सोचा कि इस दिशा ਵਿੱਚ ਹੁਣ ਮੈਂ ਕਾਫੀ ਦੂਰ ਆ ਗਿਆ ਹਾਂ ਤੇ ਹੁਣ ਮੁੜਨ ਦਾ ਸਮਾਂ ਹੈ। ਤੇ ਉਸ ਨੂੰ ਪਸੀਨਾ ਵੀ ਆ ਚੁੱਕਿਆ ਸੀ ਤੇ ਹੁਣ ਉਹ ਪਿਆਸ ਵੀ ਮਹਿਸੂਸ ਕਰ ਸਕਦਾ ਸੀ। He stopped, dug a large hole, and heaped up pieces of turf। ਉਹ ਰੁਕਿਆ, ਇੱਕ ਵੱਡਾ ਸਾਰਾ ਹੋਲ ਉਸਨੇ ਪੁੱਟਿਆ ਤੇ ਟਰਫ ਦੇ ਜਿਹੜੇ ਟੁਕੜੇ ਹੈ ਉਹਨਾਂ ਦਾ ਢੇਰ ਲਾ ਦਿੱਤਾ। Next, he untied his flask। ਉਸ ਤੋਂ ਬਾਅਦ ਉਸਨੇ ਆਪਣੇ ਫਲਾਸਕ ਨੂੰ ਖੋਲਿਆ ਤੇ ਪਾਣੀ ਪੀਤਾ। Had a drink and then turned sharply to the left। ਤੇ ਫਿਰ ਉਹ ਖੱਬੇ ਪਾਸੇ ਮੁੜ ਗਿਆ।
He went on and on. ਉਹ ਚੱਲਦਾ ਜਾ ਰਿਹਾ ਸੀ। The grass was high. ਘਾਹ ਬਹੁਤ ਵੱਡੀ ਸੀ। And it was very hot. ਤੇ ਗਰਮੀ ਵੀ ਬਹੁਤ ਸੀ। The calm began to grow tired. ਉਹ ਥੱਕ ਗਿਆ। He looked at the sun and saw that it was noon. ਉਸਨੇ ਸੂਰਜ ਵੱਲ ਦੇਖਿਆ ਅਤੇ ਦੇਖਿਆ ਕਿ ਦੁਪਹਿਰ ਹੋ ਗਈ ਸੀ। Well, he thought, I must have a rest. ਉਸਨੇ ਸੋਚਿਆ ਕਿ ਮੈਨੂੰ ਹੁਣ ਆਰਾਮ ਕਰਨਾ ਚਾਹੀਦਾ ਹੈ। It had become terribly hot and he felt sleepy. ਬਹੁਤ ਗਰਮੀ ਹੋ ਗਈ ਸੀ ਅਤੇ ਉਸ ਨੂੰ ਨੀਂਦ ਵੀ ਆ ਰਹੀ ਸੀ। Still he went on, thinking, an hour to suffer, a lifetime to live. ਪਰ ਫਿਰ ਵੀ ਉਹ ਚੱਲਦਾ ਜਾ ਰਿਹਾ ਸੀ, ਇਹ ਸੋਚਦਾ ਹੋਇਆ ਕਿ ਬਸ 1 ਘੰਟਾ ਹੀ ਇਹ ਦੁੱਖ ਝੇਲਣਾ ਹੈ ਮੈਨੂੰ ਤੇ ਬਾਕੀ ਸਾਰੀ ਜ਼ਿੰਦਗੀ ਤਾਂ ਆਰਾਮ ਹੀ ਆਰਾਮ ਹੈ। Late in the afternoon, the calm thought of turning back. ਦੇਰ ਦੁਪਹਿਰ ਨੂੰ ਪਖੋਮ ਨੇ ਵਾਪਸ ਮੁੜਨ ਬਾਰੇ ਸੋਚਿਆ। So he hurriedly dug a hole. ਤਾਂ ਉਸਨੇ ਜਲਦੀ ਇੱਕ ਹੋਲ ਪੁੱਟਿਆ and turned straight towards the hillock. ਤੇ ਸਿੱਧਾ ਪਹਾੜੀ ਵੱਲ ਚਲਾ ਗਿਆ। The calm went straight towards the hillock, but he now walked with difficulty. ਪਖੋਮ ਸਿੱਧਾ ਪਹਾੜੀ ਵੱਲ ਚਲਾ ਗਿਆ ਪਰ ਹੁਣ ਉਹ ਮੁਸ਼ਕਿਲ ਨਾਲ ਤੁਰ ਰਿਹਾ ਸੀ। He was done up with the heat. His bare feet were cut and bruised, and his legs began to fail. ਉਸਨੂੰ ਬਹੁਤ ਜ਼ਿਆਦਾ ਗਰਮੀ ਲੱਗ ਰਹੀ ਸੀ। ਉਸ ਦੇ ਨੰਗੇ ਪੈਰ ਕੱਟ ਗਏ ਸਨ ਅਤੇ ਚੋਟ ਵੀ ਲੱਗ ਗਈ ਸੀ ਤੇ ਉਸ ਦੀਆਂ ਲੱਤਾਂ ਚੱਲਣ ਵਿੱਚ ਅਸਮਰਥ ਹੋ ਗਈਆਂ ਸਨ। He longed to rest, but it was impossible if he meant to get back before sunset. ਉਹ ਆਰਾਮ ਕਰਨਾ ਚਾਹੁੰਦਾ ਸੀ ਪਰ ਇਹ ਅਸੰਭਵ ਸੀ ਕਿਉਂਕਿ ਉਸ ਨੂੰ ਸੂਰਜ ਡੁੱਬਣ ਤੋਂ ਪਹਿਲਾਂ ਵਾਪਸ ਜਾਣਾ ਸੀ। The sun waits for no man, and it was sinking lower and lower. ਸੂਰਜ ਕਿਸੇ ਦਾ ਵੀ ਇੰਤਜ਼ਾਰ ਨਹੀਂ ਕਰਦਾ ਤੇ ਇਹ ਬਸ ਡੁੱਬਦਾ ਹੀ ਜਾ ਰਿਹਾ ਸੀ। He looked towards the hillock and at the sun. ਉਸਨੇ ਹਿੱਲੋਕ ਦੀ ਤਰਫ ਦੇਖਿਆ ਤੇ ਫਿਰ ਸੂਰਜ ਨੂੰ ਦੇਖਿਆ। He was still far from his goal, and the sun was already near the rim. ਉਹ ਆਪਣੇ ਗੋਲ ਤੋਂ ਹਜੇ ਵੀ ਦੂਰ ਸੀ ਪਰ ਸੂਰਜ ਤਾਂ ਡੁੱਬਣ ਵਾਲਾ ਸੀ। The calm walked on and on. It was very hard walking, but he went quicker and quicker. ਪਖੋਮ ਚੱਲਦਾ ਗਿਆ। ਚੱਲਣਾ ਬਹੁਤ ਔਖਾ ਸੀ ਪਰ ਉਹ ਜਲਦੀ ਚੱਲਦਾ ਗਿਆ। He pressed on but was still far from the place. ਪਰ ਫਿਰ ਵੀ ਉਹ ਉਸ ਜਗ੍ਹਾ ਤੋਂ ਦੂਰ ਸੀ। He began running, threw away his coat, his boots, his flask and his cap, and kept only the spade which he used as a support. ਹੁਣ ਤਾਂ ਉਸਨੇ ਭੱਜਣਾ ਸ਼ੁਰੂ ਕਰ ਦਿੱਤਾ ਸੀ। ਉਸਨੇ ਆਪਣਾ ਕੋਟ ਵੀ ਫੇਂਕ ਦਿੱਤਾ, ਬੂਟਸ ਵੀ ਤੇ ਇੱਕ ਫਲਾਸਕ ਤੇ ਆਪਣੀ ਕੈਪ ਵੀ ਉਤਾਰ ਦਿੱਤੀ। ਹੁਣ ਉਸ ਕੋਲ ਸਿਰਫ ਇੱਕ ਸਪੇਡ ਸੀ ਜੋ ਉਸਨੇ ਇੱਕ ਸਹਾਰੇ ਵਜੋਂ ਯੂਜ਼ ਕੀਤੀ।
What shall I do? He thought again. I have grasped too much and ruined the whole affair. मैं की करा? उसने फिर सोचा। मैं बहुत ज्यादा जमीन कवर करके सारा का सारा काम बिगाड़ लिया है। I can't get there before the sun sets. मैं उत्थे सूर्यास्त होने तो पहला नहीं पहुंच पाऊंगा। And this fear made him still more breathless. ਤੇ ਇਸ ਡਰ ਨੇ ਉਸ ਨੂੰ ਹੋਰ ਵੀ ਹਰਾ ਦਿੱਤਾ। Pacom went on running. His soaking shirt and trousers stuck to him and his mouth was parched. ਉਹ ਭੱਜਦਾ ਰਿਹਾ ਤੇ ਉਸ ਨੂੰ ਇੰਨਾ ਪਸੀਨਾ ਆ ਚੁੱਕਿਆ ਸੀ ਕਿ ਉਸ ਦੀ ਜਿਹੜੀ ਸ਼ਰਟ ਹੈ ਤੇ ਪੈਂਟ ਹੈ ਉਸ ਦੇ ਸਰੀਰ ਨਾਲ ਚਿਪਕ ਗਏ ਸਨ ਤੇ ਉਸ ਦਾ ਮੂੰਹ ਵੀ ਸੁੱਕ ਗਿਆ ਸੀ। His breast was working like a blacksmith's bellows. His heart was beating like hammer, and his legs were giving way as if they don't belong to him. ਉਸ ਦੀ ਜਿਹੜੀ ਛਾਤੀ ਹੈ ਉਹ ਲੋਹਾਰ ਦੀ ਤਰ੍ਹਾਂ ਕੰਮ ਕਰਨ ਲੱਗੀ। ਉਸ ਦਾ ਦਿਲ ਹਥੌੜੇ ਵਾਂਗ ਧੜਕ ਰਿਹਾ ਸੀ ਤੇ ਉਸ ਦੀਆਂ ਲੱਤਾਂ ਤਾਂ ਇਸ ਤਰ੍ਹਾਂ ਮਹਿਸੂਸ ਹੋ ਰਹੀਆਂ ਸਨ ਕਿ ਉਹ ਉਸ ਦੀਆਂ ਹੈ ਹੀ ਨਹੀਂ। Pacom was seized with terror lest he should die of the strain. Though afraid of death, he couldn't stop. मौत तो डरते हुए ਉਹ रुक ना सकिया। He gathered his last strength and ran on. उसने अपनी बाकी बची ताकत इकट्ठी ਕੀਤੀ ਅਤੇ ਭੱਜਦਾ ਰਿਹਾ। The sun was quite low, but he was also quite near his aim. ਸੂਰਜ ਡੁੱਬਣ ਵਾਲਾ ਸੀ ਪਰ ਉਹ ਵੀ ਆਪਣੇ ਗੋਲ ਕੋਲ ਪਹੁੰਚਣ ਵਾਲਾ ਸੀ। Pacom could already see the people on the hillock waving their arms to hurry him up. Pacom ਉਹਨਾਂ ਲੋਕਾਂ ਨੂੰ ਵੀ ਦੇਖ ਸਕਦਾ ਸੀ ਜੋ ਕਿ ਉਸ ਪਹਾੜੀ ਤੇ ਖੜੇ ਸੀ ਤੇ ਉਸ ਨੂੰ ਆਪਣੀਆਂ ਬਾਹਾਂ ਨਾਲ ਜਲਦੀ ਜਲਦੀ ਆਉਣ ਦਾ ਇਸ਼ਾਰਾ ਕਰ ਰਹੇ ਸਨ। Pacom looked at the sun, which had reached the earth. One side of it had already disappeared. Pacom ने सूरज ਨੂੰ ਦੇਖਿਆ ਜੋ ਕਿ ਬਿਲਕੁਲ ਡੁੱਬਣ ਹੀ ਵਾਲਾ ਸੀ ਤੇ ਉਸ ਦਾ ਕੁਝ ਹਿੱਸਾ ਤਾਂ ਦਿਖਣਾ ਵੀ ਬੰਦ ਹੋ ਗਿਆ ਸੀ। But with all his remaining strength, he rushed on, bending his body forward so that his legs could hardly follow fast enough to keep him from falling. अपनी बाकी बची ताकत नाल ਉਹ ਆਪਣੇ ਸਰੀਰ ਨੂੰ ਅੱਗੇ ਵੱਲ ਝੁਕਾ ਕੇ ਅੱਗੇ ਵਧਿਆ ਤਾਂ ਜੋ ਉਸ ਦੀਆਂ ਲੱਤਾਂ ਉਸ ਨੂੰ ਡਿੱਗਣ ਤੋਂ ਬਚਾ ਸਕਣ ਤੇ ਉਹ ਤੇਜ਼ੀ ਨਾਲ ਭੱਜ ਸਕੇ। He took a long breath and ran up the hillock. उसने लंबा साह भरिया ਅਤੇ ਉਸ ਪਹਾੜੀ ਵੱਲ ਭੱਜਿਆ। It was still light there. ਉੱਥੇ ਹਜੇ ਵੀ ਰੋਸ਼ਨੀ ਸੀ। He reached the top and saw the cap. ਉਹ ਟੌਪ ਤੇ ਪਹੁੰਚ ਗਿਆ ਅਤੇ ਉਸ ਕੈਪ ਨੂੰ ਦੇਖਿਆ। Before it sat the chief, laughing and holding his sides. Again Pacom uttered a cry. His legs gave way beneath him.
He fell forward and reached the cap with his hands. Pukhom ਚੀਕਿਆ। ਉਸ ਦੀਆਂ ਲੱਤਾਂ ਉਸ ਦੇ ਹੇਠਾਂ ਆ ਗਈਆਂ ਅਤੇ ਉਹ ਅੱਗੇ ਡਿੱਗ ਪਿਆ ਅਤੇ ਆਪਣੇ ਹੱਥਾਂ ਨਾਲ ਟੋਪੀ ਤੇ ਪਹੁੰਚ ਗਿਆ, ਉਸ ਨੂੰ ਛੂ ਲਿਆ। Ah, that's a fine fellow. ਕਿੰਨਾ ਚੰਗਾ ਇਨਸਾਨ ਹੈ, exclaimed the chief. ਉਹ ਚੀਫ चिल्लाया। He has gained much land. उसने काफी जमीन हासिल कर ली है। Pecom's servant came running up and tried to raise him, but he saw that blood was flowing from his mouth. Pecom was dead. Pecom ਦਾ ਜਿਹੜਾ ਨੌਕਰ ਸੀ ਉਹ ਭੱਜ ਕੇ ਆਇਆ ਤੇ ਉਸ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ, ਪਰ ਉਸਨੇ ਦੇਖਿਆ ਕਿ ਉਸ ਦੇ ਮੂੰਹ ਵਿੱਚੋਂ ਖੂਨ ਆ ਰਿਹਾ ਸੀ ਤੇ Pecom ਮਰ ਚੁੱਕਾ ਸੀ। The Bashkirs clicked their tongues to show their pity. ਉਹਨਾਂ ਨੇ ਤਰਸ ਦਿਖਾਉਣ ਲਈ ਆਪਣੀਆਂ ਟੰਗਸ ਨੂੰ ਦਬਾਇਆ। His servant picked up the spade and dug a grave long enough for Pecom to lie in and buried him in it. ਉਸ ਦੇ ਨੌਕਰ ਨੇ ਸਪੇਡ ਚੁੱਕੀ ਅਤੇ Pecom ਦੇ ਅੰਦਰ ਲੇਟਣ ਲਈ ਇੱਕ ਕਾਫੀ ਲੰਬੀ ਕਬਰ ਪੁੱਟੀ ਤੇ ਉਸ ਨੂੰ ਇਸ ਵਿੱਚ ਦਫਨਾ ਦਿੱਤਾ। 6 feet from his head to his heels was all he needed. ਉਸ ਦੇ ਸਿਰ ਤੋਂ ਲੈ ਕੇ ਉਸ ਦੀ ਪੈਰਾਂ ਤੱਕ ਉਸ ਨੂੰ ਸਿਰਫ 6 ਫੁੱਟ ਦੀ ਲੋੜ ਸੀ। ਤਾਂ ਦੇਖੋ Pecom ਨੇ ਜ਼ਮੀਨ ਹਾਸਲ ਕਰਨ ਲਈ ਕੀ ਕੁਝ ਨਹੀਂ ਕੀਤਾ ਤੇ ਅੰਤ ਵਿੱਚ ਉਸ ਨੂੰ ਜ਼ਮੀਨ ਦੀ ਕਿੰਨੀ ਕੁ ਲੋੜ ਸੀ, ਸਿਰਫ 6 ਫੁੱਟ ਦੀ। ਤਾਂ ਇਹ ਕਹਾਣੀ ਮਨੁੱਖ ਦੇ ਲਾਲਚ ਉੱਪਰ ਜਿਹੜੀ ਹੈ ਉਹ ਲਿਖੀ ਗਈ ਹੈ। ਤਾਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਕਹਾਣੀ ਸਮਝ ਆਈ ਹੋਵੇਗੀ। Thank you and have a great day.